हेलो एंड वेलकम टू रेस अकैडमी ऑफिशियल। सत श्री अकाल साਰਿਆਂ ਨੂੰ नमस्ते दा मेरा नाम है फनकार ਤੇ रेस अकैडमी ऑफिशियल ਤੇ ਤੁਹਾਡਾ ਸਵਾਗਤ ਹੈ। सो YouTube ਤੇ ਕਾਫੀ ਦਿਨਾਂ ਤੋਂ ਜਿਵੇਂ ਕਿ ਤੁਹਾਨੂੰ ਪਤਾ ਵੀ ਹੁਣ ਵੀ ਗਲਾ ਮੇਰਾ ਚਲੋ ਐ ਕਹ ਲਓ ਵੀ ਹੁਣ ਤਾਂ ਠੀਕ ਹੈ ਰਾਈਟ। ਅੱਗੇ ਤਾਂ ਮੇਰੇ ਤਾਂ ਬੋਲਿਆ ਜਾਂਦਾ ਹੀ ਨਹੀਂ ਸੀ। ਸੋ ਡਾਕਟਰ ਦੀ ਸਲਾਹ ਦੇ ਮੁਤਾਬਕ ਤਾਂ ਇਹੀ ਸੀਗਾ ਕਿ ਗਲੇ ਨੂੰ ਰੈਸਟ ਦੇਣੀ ਚਾਹੀਦੀ ਆ। ਜਿੰਨੀ ਰੈਸਟ ਮੈਂ ਦੇ ਸਕਿਆ ਉਨੀ ਦਿੱਤੀ, ਹਾਲਾਂਕਿ ਰੈਸਟ ਉਵੇਂ ਹੋਈ ਨਹੀਂ, ਤਾਂ ਹੀ ਗਲੇ ਨੂੰ ਇੰਨਾ ਟਾਈਮ ਲੱਗ ਗਿਆ ਕਿਉਂਕਿ ਹਰ ਰੋਜ਼ ਬੋਲੀ ਜਾਈਦਾ, ਆਫਲਾਈਨ ਦੇ ਵਿੱਚ ਸਾਰਾ ਦਿਨ ਲੱਗੇ ਰਹੀਦਾ ਰਾਈਟ। ਚਲੋ ਖੈਰ, ਤਾਂ ਮੈਂ ਪੰਜਾਬ ਪੁਲਿਸ ਦੀ ਟੈਸਟ ਸੀਰੀਜ਼ ਦਾ ਅਨਾਉਂਸਮੈਂਟ ਕੀਤੀ ਸੀ ਉਹਦੀ, ਐਂਡ ਉਹਦਾ ਮੈਂ ਅੱਜ ਟਾਈਮ ਟੇਬਲ ਸ਼ੇਅਰ ਕਰਨ ਲੱਗਿਆ। ਜੇਕਰ ਤੁਸੀਂ ਆਫਲਾਈਨ ਟੈਸਟ ਦੇਣਾ ਚਾਹੁੰਦੇ ਹੋ ਐਂਡ ਆਨਲਾਈਨ ਵੀ ਜੇਕਰ ਕੋਈ ਦੂਰ ਬੈਠੇ ਐਂਡ ਉਹ ਪੇਪਰ ਲਾਉਣਾ ਚਾਹੁੰਦੇ ਆ, ਉਹ ਕਿਵੇਂ ਲਗਾ ਸਕਦੇ ਆ ਉਹਦੇ ਬਾਰੇ ਮੈਂ ਜਾਣਕਾਰੀ ਦਊਂਗਾ। ਇਹ ਮੇਰਾ ਮੰਨਣਾ ਕਿ ਜੇਕਰ ਤੁਸੀਂ ਟੈਸਟ ਇਸ ਤਰੀਕੇ ਦੇ ਨਾਲ ਲਗਾਓਗੇ ਜਿਵੇਂ ਮੈਂ ਟਾਈਮ ਟੇਬਲ ਬਣਾਇਆ, ਜਾਂ ਟਾਈਮ ਟੇਬਲ ਹਰ ਹਫਤੇ ਬਣਦਾ ਗਾ, ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਟੈਸਟ ਬਣਾਓਗੇ ਜਾਂ ਲਾਓਗੇ ਤਾਂ ਤੁਹਾਡਾ ਸਿਲੇਬਸ ਵੀ ਕਵਰ ਹੋ ਜਾਣਾ ਐਂਡ ਟੈਸਟ ਦੇ ਕੇ ਤੁਹਾਡਾ ਇੰਨਾ ਕੁ ਜ਼ਿਆਦਾ ਪ੍ਰੈਕਟਿਸ ਹੋ ਜਾਣੀ ਹੈ। ਤੁਸੀਂ ਐਕਚੁਅਲ ਪੇਪਰ ਦੇ ਵਿੱਚ ਜਾਓਗੇ, ਤੁਹਾਨੂੰ ਲੱਗੂਗਾ ਕਿ ਸਾਰਾ ਕੁਝ ਹੀ ਪੜ੍ਹਿਆ ਹੋਇਆ ਐਂਡ ਨੰਬਰ ਵਧੀਆ ਤੋਂ ਵਧੀਆ ਆਉਣਗੇ। ਐਂਡ ਬਲੀਵ ਮੀ, ਜੇਕਰ ਹੁਣ ਤੱਕ ਮੈਂ ਸਟੂਡੈਂਟਸ ਦੇ ਦੇਖਾਂ ਜਿਨ੍ਹਾਂ ਦੇ ਆਪਣੇ ਸਟੂਡੈਂਟਸ ਦੇ ਨੰਬਰ ਵਧੀਆ ਆਏ ਆ, ਉਹਨਾਂ ਦੇ ਇਸੇ ਤਰੀਕੇ ਦੇ ਨਾਲ ਆਇਆ ਕਿਉਂਕਿ ਇਹਨਾਂ ਦੇ ਨਾਲ ਉਹਨਾਂ ਦਾ ਹਰ ਇੱਕ ਟੌਪਿਕ ਕਵਰ ਹੋ ਗਿਆ ਰਾਈਟ। ਸੋ ਜਿਵੇਂ ਤੁਹਾਨੂੰ ਦਿਸ ਰਿਹਾ ਕਿ ਫਨਕਾਰ ਦੀ ਰੇਸ ਅਕੈਡਮੀ ਅਫੀਸ਼ੀਅਲ, ਜਿਹਦੇ ਵਿੱਚ ਆਪਾਂ ਪੰਜਾਬ ਪੁਲਿਸ ਹੋ ਗਿਆ, ਪਟਵਾਰੀ ਹੋ ਗਿਆ, SSB ਕਲਰਕ ਹੋ ਗਿਆ ਜਾਂ ਐਕਸਾਈਜ਼ ਇੰਸਪੈਕਟਰ ਹੋ ਗਿਆ, ਇਹਨਾਂ ਦੀ ਟੈਸਟ ਸੀਰੀਜ਼ ਹੁਣ ਮੈਂ ਤੁਹਾਨੂੰ ਟਾਈਮ ਟੇਬਲ ਅਕੋਰਡਿੰਗ ਟੂ ਦੱਸਣ ਲੱਗਿਆ। SSB ਐਕਸਾਈਜ਼ ਇੰਸਪੈਕਟਰ ਕਲੈਰੀਕਲ ਇਹ ਤਾਂ ਆਲਰੇਡੀ ਪੇਪਰ ਹੋ ਹੀ ਰਹੇ ਆ। ਹੁਣ ਪੰਜਾਬ ਪੁਲਿਸ ਦਾ ਵੀ ਟਾਈਮ ਟੇਬਲ ਤੁਹਾਨੂੰ ਮੈਂ ਦੱਸਣ ਲੱਗਿਆ। ਜੇਕਰ ਤੁਸੀਂ ਪੰਜਾਬ ਪੁਲਿਸ SI ਕਾਂਸਟੇਬਲ ਦੀ ਤਿਆਰੀ ਕਰਦੇ ਹੋ ਰਾਈਟ, ਜਿਵੇਂ ਆਹ ਬੱਚੇ ਬੈਠੇ ਆ, ਇਹ ਤਾਂ ਚਲੋ ਆਪਣਾ ਹੁਣ ਤਾਂ ਆਪਣਾ ਕਲਾਸਰੂਮ ਇਸ ਤੋਂ ਵੀ ਵੱਡਾ ਬਣ ਚੁੱਕਿਆ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਪੇਪਰ ਦੇ ਸਕੋਗੇ। ਪ੍ਰੋਪਰ ਜਿਵੇਂ ਇਨਵਾਇਰਨਮੈਂਟ, ਐਕਚੁਅਲ ਇਨਵਾਇਰਨਮੈਂਟ ਹੁੰਦਾ ਨਾ, ਜਿਵੇਂ ਐਕਚੁਅਲ ਆਪਾਂ ਪੇਪਰ ਦੇਣ ਜਾਂਦੇ ਆ, ਉਸ ਤਰੀਕੇ ਦੇ ਨਾਲ ਤੁਸੀਂ OMR ਬੇਸਡ ਪੇਪਰ ਦੇ ਸਕਦੇ ਹੋ, ਆਨਲਾਈਨ ਵੀ ਦੇ ਸਕਦੇ ਹੋ। ਉਹਦੇ ਬਾਰੇ ਸਾਰੀ ਜਾਣਕਾਰੀ ਮੈਂ ਦਊਂਗਾ। ਤਾਂ ਇਸ ਤੋਂ ਪਹਿਲਾਂ ਮੈਂ ਟਾਈਮ ਟੇਬਲ ਦੱਸਣ ਲੱਗਿਆ। ਦੇਖੋ, ਜ਼ਿਆਦਾਤਰ ਜਿਹੜੇ ਸੈਂਟਰ ਹੈ ਜਾਂ ਜ਼ਿਆਦਾਤਰ ਜਿਹੜੇ ਇੰਸਟੀਚਿਊਟ ਆ ਜਾਂ ਜ਼ਿਆਦਾਤਰ ਜਿਹੜੇ ਸਟੂਡੈਂਟ ਹੈ ਉਹ ਥਿਊਰੀ ਤੇ ਜ਼ਿਆਦਾ ਮੱਥਾ ਮਾਰਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਥਿਊਰੀ ਤੇ ਮੱਥਾ ਨਾ ਮਾਰੋ, ਸਿਲੇਬਸ ਕਦੇ ਵੀ ਖਤਮ ਨਹੀਂ ਹੋ ਸਕਦਾ। ਸਿਲੇਬਸ ਤੁਸੀਂ ਪੂਰੀ ਜ਼ਿੰਦਗੀ ਲੱਗੇ ਰਹੋ, ਖਤਮ ਕਦੇ ਨਹੀਂ ਹੋ ਸਕਦਾ। ਹਾਂ, 60 ਤੋਂ 70%, 70 ਤੋਂ 80% ਆਪਾਂ ਉਹਨੂੰ ਕਵਰ ਕਰ ਸਕਦੇ ਹਾਂ ਰਾਈਟ। ਸੋ ਕਹਿਣ ਦਾ ਮਤਲਬ ਕੀ ਆ ਕਿ ਜੇਕਰ ਤੁਸੀਂ ਉਸ ਸਿਲੇਬਸ ਨੂੰ 70-80% ਤੋਂ 90-95 ਜਾਂ ਮੈਕਸੀਮਮ ਤੱਕ ਲੈ ਕੇ ਜਾਣਾਗਾ ਤਾਂ ਉਹਦੇ ਵਿੱਚ ਟੈਸਟ ਸੀਰੀਜ਼ ਨੂੰ ਐਡ ਕਰ ਦਿਓ। ਐਕਚੁਅਲ ਦੇ ਵਿੱਚ ਹੁੰਦੇ ਆ, ਜਿਵੇਂ ਸਟੂਡੈਂਟ ਨਾ ਕਈ ਵਾਰੀ ਸਿਲੇਬਸ ਪੂਰਾ ਕੀਤਾ ਹੁੰਦਾ, ਉਹਨਾਂ ਨੂੰ ਘਰੇ ਬੈਠੇ ਲੱਗੀ ਜਾਂਦਾ ਹੁੰਦਾ ਵੀ ਹਾਂ ਮੇਰੇ 100 ਚੋਂ 70 ਤਾਂ ਆਈ ਜਾਣਗੇ, ਹਾਂ ਮੇਰੇ 100 ਚੋਂ 60 ਤਾਂ ਆਈ ਜਾਣਗੇ, 65 ਤਾਂ ਆਈ ਜਾਣਗੇ। ਉਹ ਐਕਚੁਅਲ 'ਚ ਉਦੋਂ ਪਤਾ ਲੱਗਦਾ ਜਦੋਂ 100 ਚੋਂ 40 ਵੀ ਮਸਾਂ ਆਉਂਦੇ ਆ, 50 ਵੀ ਮਸਾਂ ਆਉਂਦੇ ਆ ਰਾਈਟ। ਕਾਰਨ ਕੀ ਆ ਕਿ ਆਪਾਂ ਜਿਹੜੀ ਚੀਜ਼ ਪੜ੍ਹ ਰਹੇ ਹਾਂ ਕਿ ਉਹਨੂੰ ਆਪਾਂ ਕਿਤੇ ਇੰਪਲੀਮੈਂਟ ਕਰ ਰਹੇ ਹਾਂ ਜਾਂ ਨਹੀਂ। ਇੰਪਲੀਮੈਂਟ ਜੇਕਰ ਨਹੀਂ ਕਰ ਰਹੇ ਤਾਂ ਇੰਪਲੀਮੈਂਟ ਕਰਨਾ ਸਿੱਖੋ। ਇੰਪਲੀਮੈਂਟ ਕਰਨਾ ਸਿੱਖੋਗੇ ਕਿਵੇਂ? ਜਦੋਂ ਹਰ ਰੋਜ਼ ਤੁਹਾਡੇ ਕੋਲ ਇੱਕ ਚੈਲੰਜ ਹੋਊਗਾ ਐਂਡ ਉਸ ਚੈਲੰਜ ਨੂੰ ਤੁਸੀਂ ਪੂਰਾ ਕਰਨ ਦੇ ਲਈ ਆਪਣੀ ਵਾਹ ਲਾਓਗੇ ਤਾਂ ਫਿਰ ਆਪਣੇ ਆਪ ਉਹ ਸਿਲੇਬਸ ਵੀ ਕਵਰ ਹੋਊਗਾ। ਆਪਣੇ ਆਪ ਟੈਸਟ ਦੇ ਨਾਲ ਤੁਸੀਂ ਇੰਨਾ ਜ਼ਿਆਦਾ ਨੇੜਤਾ ਬਣਾ ਲਓਗੇ, ਇੰਨਾ ਜ਼ਿਆਦਾ ਤੁਹਾਨੂੰ ਲੱਗੂਗਾ ਕਿ ਹਾਂ ਇਹ ਮੇਰਾ ਆਪਣਾ ਹੀ ਆ, ਤਾਂ ਕਿ ਜਿੱਦਣ ਐਕਚੁਅਲ ਦਿਨ ਹੋਊਗਾ ਉਦੋਂ ਵੀ ਤੁਹਾਨੂੰ ਐਂ ਲੱਗੂ ਮੈਂ ਤਾਂ ਇਕੱਲਾ ਟੈਸਟ ਦੇਣ ਆਇਆ ਰਾਈਟ। ਸੋ ਹੁਣ ਟਾਈਮ ਟੇਬਲ ਤੁਹਾਨੂੰ ਮੈਂ ਸ਼ੇਅਰ ਕਰਨ ਲੱਗਿਆ। ਟਾਈਮ ਟੇਬਲ ਹਰ ਹਫਤੇ ਬਣਦਾ। ਜਿਹੜੇ SSB ਦੀ ਤਿਆਰੀ ਕਰਦੇ ਆ, ਕਲੈਰੀਕਲ ਦੀ, ਐਕਸਾਈਜ਼ ਇੰਸਪੈਕਟਰ ਦੀ, ਉਹਨਾਂ ਵਾਸਤੇ ਇਹ ਪਿਛਲੇ ਐਂ ਕਹ ਲਓ ਵੀ 8 ਮਹੀਨਿਆਂ ਤੋਂ ਮੈਂ ਚਲਾ ਰਿਹਾਗਾ। 8 ਮਹੀਨਿਆਂ ਤੋਂ ਤੁਸੀਂ ਐਂ ਕਹ ਲਓ ਵੀ ਹਰ ਰੋਜ਼ ਟੈਸਟ ਬਣਦਾ, ਹਰ ਰੋਜ਼ ਟੈਸਟ ਬਣਦਾ। ਛੁੱਟੀਆਂ ਤਾਂ ਚਲੋ ਆਬਵੀਅਸ ਗੱਲ ਵਿੱਚ ਆਉਂਦੀਆਂ, ਯਾਨੀ ਟਾਈਮ ਟੇਬਲ ਦੇਖੋ ਕਿੰਨਾ ਜ਼ਿਆਦਾ ਸਿਲੇਬਸ ਖਤਮ ਹੁੰਦਾ ਹੋਊਗਾ ਐਂਡ ਕਿੰਨਾ ਜ਼ਿਆਦਾ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਤਿਆਰੀ ਹੁੰਦੀ ਹੋਣੀ ਆ। ਤਾਂ ਚਲੋ ਖੈਰ, ਮੈਂ ਸਮਝਾਉਣ ਲੱਗਿਆ ਜਿਵੇਂ ਕਿ 6 ਮਾਰਚ ਮੰਡੇ ਤੋਂ ਆਪਾਂ ਸਟਾਰਟ ਕਰ ਰਹੇ ਹਾਂ। ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਸਾਰਾ ਕੁਝ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਐਂਡ ਤੇ। ਪਹਿਲਾਂ ਆਪਾਂ ਟਾਈਮ ਟੇਬਲ ਬਾਰੇ ਗੱਲਬਾਤ ਕਰ ਲਈਏ। ਤਾਂ 6 ਮਾਰਚ ਨੂੰ ਹੈਗਾ ਜੀ ਫੁੱਲ ਮੌਕ ਟੈਸਟ। ਇਹ ਫੁੱਲ ਮੌਕ ਟੈਸਟ ਕਿੰਨਾ ਦਾ? SI ਦਾ ਜਾਂ SSB ਦਾ। SSB ਦਾ ਪੈਟਰਨ ਤੁਹਾਨੂੰ ਪਤਾ 100 ਜਾਂ 120 ਦਾ ਗਾ, ਜਿਵੇਂ ਕੁਆਲੀਫਾਈਂਗ ਵੀ ਹੈਗਾ ਪੰਜਾਬੀ ਦਾ, ਯਾਨੀ ਪ੍ਰੋਪਰ ਤਰੀਕੇ ਦਾ ਉਵੇਂ ਹੀ ਤੁਹਾਨੂੰ ਪੇਪਰ ਮਿਲੂਗਾ, ਤੁਸੀਂ ਉਵੇਂ ਹੀ ਪੇਪਰ ਦੇਣਾ। ਜਿਹਨੇ SSB ਦਾ ਪੇਪਰ ਦੇਣਾ ਉਹ SSB ਦਾ ਪੇਪਰ ਦੇ ਸਕਦਾ। ਜਿਹਨੇ ਪੰਜਾਬ ਪੁਲਿਸ ਯਾਨੀ ਸਬ ਇੰਸਪੈਕਟਰ ਦਾ ਪੇਪਰ ਦੇਣਾ ਉਹ ਸਬ ਇੰਸਪੈਕਟਰ ਦਾ ਪੇਪਰ ਦੇ ਸਕਦਾ। ਐਂਡ ਇਹ ਵੀ ਉਵੇਂ ਹੀ ਹੋਊਗਾ ਜਿਵੇਂ ਸਬ ਇੰਸਪੈਕਟਰ ਦਾ ਪੇਪਰ, ਪਾਰਟ A, ਪਾਰਟ B ਜਾਂ ਕੁਆਲੀਫਾਈਂਗ ਐਗਜ਼ਾਮ ਆ, ਤੁਹਾਨੂੰ ਪਤਾ 2-2 ਘੰਟੇ ਯਾਨੀ ਲਗਭਗ 5 ਘੰਟੇ ਦਾ ਪੇਪਰ ਹੈ ਰਾਈਟ। ਯਾਨੀ ਤੁਸੀਂ ਉਸ ਤਰੀਕੇ ਦੇ ਨਾਲ ਜਿਹੜਾ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਪੇਪਰ ਦੇਣਾ ਚਾਹੁੰਦੇ ਹੋ, ਜਾਂ ਤੁਸੀਂ ਜਿਹੜੀ ਵੀ ਰਜਿਸਟ੍ਰੇਸ਼ਨ ਕਰਾਓਗੇ, ਜਿਹੜੀ ਵੀ ਸਲੋਟ ਦੇ ਵਿੱਚ ਆਓਗੇ, ਉਸ ਤਰੀਕੇ ਦਾ ਤੁਹਾਡਾ ਪੇਪਰ ਹੋ ਜਾਣਾ। SI ਤੇ SSB ਦਾ ਫੁੱਲ ਮੌਕ ਟੈਸਟ ਹੋਊਗਾ ਮੰਡੇ। ਬਹੁਤ ਹੀ ਬਿਹਤਰੀਨ। ਐਂਡ ਜਿੰਨੇ ਵੀ ਪੇਪਰ ਬਣਨਗੇ, ਚਾਹੇ ਸੈਕਸ਼ਨ ਵਾਲਾ ਚਾਹੇ ਫੁੱਲ ਮੌਕ ਟੈਸਟ ਹੈ, ਇਹ ਸਾਰੇ ਪੇਪਰ ਬਾਈਲਿੰਗੁਅਲ ਬਣਨਗੇ। ਬਾਈਲਿੰਗੁਅਲ ਦਾ ਮਤਲਬ ਇੰਗਲਿਸ਼ ਪੰਜਾਬੀ ਦੋਨਾਂ ਦੇ ਵਿੱਚ ਰਾਈਟ। ਹੋਰ ਨਾਲ ਨਾਲ ਕੀ ਮਿਲੂਗਾ ਉਹ ਸਾਰਾ ਤੁਹਾਨੂੰ ਮੈਂ ਸਮਝਾਊਂਗਾ। ਪਹਿਲਾਂ ਆਪਾਂ ਟਾਈਮ ਟੇਬਲ ਦੇਖ ਲਈਏ। ਤਾਂ ਬੇਸਿਕਲੀ 6 ਮਾਰਚ ਯਾਨੀ ਮੰਡੇ ਨੂੰ, ਸੋਮਵਾਰ ਨੂੰ ਫੁੱਲ ਮੌਕ ਟੈਸਟ ਹੈ ਸਬ ਇੰਸਪੈਕਟਰ ਤੇ SSB ਦਾ ਰਾਈਟ ਹੋ ਗਿਆ। ਇਸ ਤੋਂ ਬਾਅਦ 7 ਮਾਰਚ ਹੈ।
7 ਮਾਰਚ ਨੂੰ ਜਿਹੜਾ ਤੁਹਾਡਾ ਟੈਸਟ ਹੈਗਾ ਭਾਈ ਜਨਵਰੀ ਫਰਵਰੀ ਕਰੰਟ ਅਫੇਅਰ ਦਾ ਟੈਸਟ ਹੈ। ਇਹ ਕਿੱਥੋਂ ਪੜ੍ਹਨੇ ਕਿਵੇਂ ਪੜ੍ਹਨੇ ਉਹ ਮੈਂ ਸਾਰਾ ਦੱਸਦਾ ਹੁੰਦਾ, ਜਦੋਂ ਤੁਸੀਂ ਕਲਾਸ ਚਾਹੋਗੇ ਮੈਂ ਦੱਸੂਗਾ, ਨਹੀਂ ਤੁਸੀਂ ਜਿੱਥੋਂ ਵੀ ਪੜ੍ਹ ਸਕਦੇ ਹੋ, ਕੋਈ ਚੱਕਰ ਵਾਲੀ ਗੱਲ ਨਹੀਂ। ਜਨਵਰੀ ਐਂਡ ਫਰਵਰੀ ਕਰੰਟ ਅਫੇਅਰ ਹੋ ਗਏ, ਸਿੰਪਲੀਫਿਕੇਸ਼ਨ ਆਪਣੇ ਮੈਥ ਦਾ ਪੋਰਸ਼ਨ ਹੋ ਗਿਆ, ਨੰਬਰ ਸਿਸਟਮ ਆਪਣੇ ਮੈਥ ਦਾ ਪੋਰਸ਼ਨ ਹੋ ਗਿਆ, SI CI ਯਾਨੀ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਹੋ ਗਿਆ, ਰੀਜ਼ਨਿੰਗ ਦੇ ਵਿੱਚ ਬਲੱਡ ਰਿਲੇਸ਼ਨ ਹੋ ਗਿਆ, ਡਾਇਰੈਕਸ਼ਨ ਹੋ ਗਿਆ ਤੇ ਸਿਲੋਜ਼ਿਮ ਹੋ ਗਿਆ। ਦੇਖੋ ਹੁਣ ਜਦੋਂ ਇਹ ਟਾਰਗੇਟ ਮਿਲੂਗਾ ਤਾਂ ਤੁਸੀਂ ਇਹੀ ਪੜ੍ਹ ਕੇ ਆਉਣਾ, ਐਂਡ ਇਹੀ ਪੜ੍ਹ ਕੇ ਆਉਂਗੇ ਤਾਂ ਫਿਰ ਇਹਦਾ ਹੀ ਟੈਸਟ ਹੋਣਾ। ਜਦੋਂ ਟੈਸਟ ਹੋਊਗਾ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂ ਕਿ ਮੇਰੀ ਕਿੰਨੀ ਕੁ ਤਿਆਰੀ ਹੈ, ਰਾਈਟ। ਜਨਵਰੀ ਤੇ ਫਰਵਰੀ ਕਰੰਟ ਅਫੇਅਰ ਹੋ ਗਏ, ਸਿੰਪਲੀਫਿਕੇਸ਼ਨ ਨੰਬਰ ਸਿਸਟਮ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਮੈਥ ਦਾ ਪੋਰਸ਼ਨ ਹੋ ਗਿਆ, ਬਲੱਡ ਰਿਲੇਸ਼ਨ ਡਾਇਰੈਕਸ਼ਨ ਤੇ ਸਿਲੋਜ਼ਿਮ ਰੀਜ਼ਨਿੰਗ ਦਾ ਪੋਰਸ਼ਨ ਹੋ ਗਿਆ। ਇਹ ਤੁਹਾਡਾ ਮੰਗਲਵਾਰ ਯਾਨੀ 7 ਮਾਰਚ ਨੂੰ ਟੈਸਟ ਹੈ। ਮੁੜ ਕੇ ਵੈਡਨਸਡੇ ਛੁੱਟੀ ਹੈ, ਸ਼ਾਇਦ ਮੇਬੀ ਹੋਲੀ ਵੀ ਆ, ਵੈਸੇ ਵੀ ਮੈਂ ਇੱਕ ਦਿਨ ਸਕਿਪ ਕਰ ਦਿੰਦਾ ਹੁੰਦਾ ਤਾਂ ਕਿ ਪੜ੍ਹਨ ਦਾ ਵੀ ਟਾਈਮ ਮਿਲੇ, ਰਾਈਟ ਆ। ਵੈਸੇ ਹੋਲੀ ਕਰਕੇ ਛੁੱਟੀ ਕੀਤੀ ਹੈ। ਇਸ ਤੋਂ ਬਾਅਦ 9 ਮਾਰਚ ਥਰਸਡੇ ਯਾਨੀ ਵੀਰਵਾਰ ਨੂੰ ਕਾਹਦਾ ਟੈਸਟ ਹੈ? ਇੰਗਲਿਸ਼ ਦੇ ਵਿੱਚ ਹੈਗਾਗਾ ਸਬਜੈਕਟ ਵਰਬ ਐਗਰੀਮੈਂਟ। ਇਹੀ ਉਹੀ ਗੱਲ ਫੇਰ ਹੈ ਕਿ ਜੇ ਤਾਂ ਕੋਈ ਆਪਣੇ ਆਪ ਪੜ੍ਹ ਸਕਦਾ, ਕਿਸੇ ਵੀ ਟੀਚਰ ਤੋਂ ਪੜ੍ਹਦਾ, ਕਿਸੇ ਵੀ ਬੁੱਕ ਤੋਂ ਪੜ੍ਹਦਾ ਤਾਂ ਪੜ੍ਹੋ। ਜਿਹਨੂੰ ਨਹੀਂ ਪਤਾ ਹੁੰਦਾ ਕਿ ਸਾਰੇ ਕਿੱਥੋਂ ਤਿਆਰ ਕਰਨਾ, ਉਹਨੂੰ ਮੈਂ ਦੱਸ ਦਿੰਦਾ ਹੁੰਦਾ ਕਿ ਭਈ ਇੱਥੋਂ ਤਿਆਰ ਕਰ ਲਓ, ਆਹ ਬੁੱਕਸ ਵਧੀਆ, ਆਹ ਟੀਚਰ ਵਧੀਆ, ਤੁਸੀਂ ਇੱਥੋਂ ਕਰ ਸਕਦੇ ਹੋ, ਰਾਈਟ। ਸੋ ਮੈਂ ਯਾਨੀ ਇਹ ਕਦੇ ਵੀ ਫੋਰਸ ਨਹੀਂ ਕਰੂੰਗਾ ਕਿ ਤੁਸੀਂ ਮੇਰੇ ਤੋਂ ਹੀ ਪੜ੍ਹੋ। ਮੇਰਾ ਮੰਨਣਾ ਤਾਂ ਸਿਰਫ ਇਹ ਆ ਕਿ ਤੁਹਾਡੇ ਟੈਸਟ 'ਚ ਨੰਬਰ ਆਉਣੇ ਚਾਹੀਦੇ ਆ। ਪੜ੍ਹੋ ਜਿੱਥੋਂ ਮਰਜੀ, ਮੇਰੇ ਤੋਂ ਪੜ੍ਹ ਲਓ, ਕਿਸੇ ਹੋਰ ਤੋਂ ਪੜ੍ਹ ਲਓ, ਕਿਸੇ ਹੋਰ ਅਕੈਡਮੀ ਤੋਂ ਪੜ੍ਹ ਲਓ, ਚਾਹੇ ਆਪਣੇ ਆਪ ਪੜ੍ਹ ਲਓ, ਚਾਹੇ ਕਿਸੇ ਵੀ ਕਿਤਾਬ ਦੇ ਵਿੱਚੋਂ ਪੜ੍ਹ ਲਓ, ਰਾਈਟ। ਨੰਬਰ ਆਉਣੇ ਚਾਹੀਦੇ ਆ। ਇੰਗਲਿਸ਼ ਦੇ ਵਿੱਚ ਹੈਗਾ ਸਬਜੈਕਟ ਵਰਬ ਐਗਰੀਮੈਂਟ, ਇਹਦਾ ਟੈਸਟ ਹੋ ਗਿਆ। ਨਾਲ ਹੈਗੇ ਵਨ ਵਰਡ ਸਬਸਟੀਟਿਊਸ਼ਨ, ਈਡੀਅਮ ਫਰੇਜ਼ਿਸ, ਡਾਇਰੈਕਟ ਇਨਡਾਇਰੈਕਟ ਜਿਹੜੇ ਨਰੇਸ਼ਨ ਹੁੰਦਾ, ਐਕਟਿਵ ਪੈਸਿਵ ਹੋ ਗਿਆ। ਨਾਲ ਹੈਗਾ ਪੰਜਾਬੀ ਦਾ ਪੇਪਰ ਯਾਨੀ ਇੰਗਲਿਸ਼ ਤੇ ਪੰਜਾਬੀ ਕੰਪਲੀਟ ਹੈ। ਪੰਜਾਬੀ ਦਾ ਕੋਈ ਵੀ ਟੌਪਿਕ ਨਹੀਂ, ਪੰਜਾਬੀ ਕੰਪਲੀਟ ਦਾ ਟੈਸਟ ਹੈ। ਯਾਨੀ ਇੰਗਲਿਸ਼ ਦੇ ਵਿੱਚ ਸਬਜੈਕਟ ਵਰਬ ਐਗਰੀਮੈਂਟ, ਬਾਕੀ ਵੋਕੈਬ ਦਾ ਪੋਰਸ਼ਨ ਹੈ, ਵਨ ਵਰਡ ਜਾਂ ਫਿਰ ਈਡੀਅਮ ਫਰੇਜ਼ ਹੋ ਗਿਆ, ਫਿਰ ਇਨਡਾਇਰੈਕਟ ਡਾਇਰੈਕਟ ਐਕਟਿਵ ਪੈਸਿਵ ਹੋ ਗਿਆ। ਪੰਜਾਬੀ ਦਾ ਪੂਰਾ ਪੇਪਰ ਹੈ। ਉਸ ਤੋਂ ਬਾਅਦ ਸਿੱਖ ਗੁਰੂਜ਼, ਪੰਜਾਬ ਜੀਕੇ ਦੇ ਵਿੱਚ ਸਿੱਖ ਗੁਰੂਜ਼ ਦਾ ਟੈਸਟ ਹੈ, ਪਲੱਸ ਔਰਨਾਮੈਂਟਸ, ਜਿਹੜੇ ਔਰਨਾਮੈਂਟ ਹੁੰਦੇ ਆ ਉਹਨਾਂ ਦਾ ਟੈਸਟ ਹੈ, ਰਾਈਟ। ਇੰਪੋਰਟੈਂਟ ਡੇਜ਼ ਜਨਵਰੀ ਤੋਂ ਲੈ ਕੇ ਜੂਨ ਤੱਕ ਦੇ ਜਿੰਨੇ ਵੀ ਇੰਪੋਰਟੈਂਟ ਡੇਜ਼ ਬਣਦੇ ਆ ਉਹਨਾਂ ਦੇ ਥੀਮ ਹੈ, ਉਹ ਕਿੰਨਾ ਨਾਲ ਰਿਲੇਟੇਬਲ ਹੈ, ਯਾਨੀ ਜਿਵੇਂ ਵੀ ਕੁਐਸਚਨ ਪੇਪਰਾਂ ਦੇ ਵਿੱਚ ਆਉਂਦੇ ਆ ਤੁਹਾਨੂੰ ਹੂਬਹੂ ਉਵੇਂ ਮਿਲਣਗੇ। ਯਾਨੀ ਇੰਪੋਰਟੈਂਟ ਡੇਜ਼ ਜਨਵਰੀ ਤੋਂ ਲੈ ਕੇ ਜੂਨ ਤੱਕ ਹੋ ਗਿਆ, ਪਲੱਸ ਮੈਥ ਦਾ ਪਰਸੈਂਟੇਜ ਪ੍ਰੋਫਿਟ ਲਾਸ ਐਂਡ ਡਿਸਕਾਊਂਟ, ਰਾਈਟ। ਹੁਣ ਕਾਫੀ ਜਣਿਆਂ ਨੂੰ ਲੱਗਦਾ ਹੋਊਗਾ ਕਿ ਯਾਰ ਇੰਨਾ ਅਸੀਂ ਪੜ੍ਹਿਆ ਕਿਵੇਂ ਕਰਾਂਗੇ। ਜਦੋਂ ਤੁਸੀਂ ਤੋੜ ਕੇ ਹਰ ਚੀਜ਼ ਨੂੰ ਪੜ੍ਹੋਗੇ, ਹੁਣ ਤੁਸੀਂ ਮੈਂ ਫਿਰ ਉਹੀ ਕਹਿੰਦਾ ਕਿ ਟੈਸਟ ਸੀਰੀਜ਼ ਉਹੀ ਜੁਆਇਨ ਕਰਨ ਜਿਨ੍ਹਾਂ ਦਾ ਲਗਭਗ 40 ਤੋਂ 50% ਕਵਰ ਹੈ ਸਿਲੇਬਸ। ਯਾਨੀ ਉਹਨਾਂ ਨੂੰ ਪੇਪਰ ਦੇਖ ਕੇ ਇਹ ਨਾ ਲੱਗੇ ਕਿ ਯਾਰ ਸਾਨੂੰ ਤਾਂ ਆਉਂਦਾ ਹੀ ਨਹੀਂ, ਜਾਂ ਕਈ ਵਾਰੀ ਘਰੇ ਬੈਠੇ ਹੁੰਦੇ ਆ, ਸਿਲੇਬਸ ਤਾਂ ਬਹੁਤ ਵਾਰੀ ਕੰਪਲੀਟ ਕਰ ਲਿਆ ਹੁੰਦਾ, ਪਰ ਉਹਨਾਂ ਨੂੰ ਆਈ ਨਹੀਂ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਤਿਆਰੀ ਹੁਣ ਕਰੀਏ, ਕਿਸ ਤਰੀਕੇ ਦੇ ਨਾਲ ਅਸੀਂ ਰਿਵੀਜ਼ਨ ਕਰੀਏ। ਤਾਂ ਹਰ ਰਿਵੀਜ਼ਨ ਵਾਲਾ ਹੀ ਪੋਰਸ਼ਨ ਹੈ। ਟਾਈਮ ਟੇਬਲ ਤੁਹਾਨੂੰ ਮੈਂ ਸੈੱਟ ਕਰਕੇ ਦੇ ਰਿਹਾ, ਕੰਪੀਟੀਸ਼ਨ ਤੁਸੀਂ ਆਪ ਲੜਨਾ ਹੈ। ਜਿਨ੍ਹਾਂ ਦੇ ਨੰਬਰ ਵਗੈਰਾ ਘੱਟ ਆਉਣਗੇ ਕਾਉਂਸਲਿੰਗ ਮੈਂ ਕਰਨ ਨੂੰ ਤਿਆਰ ਹੈ, ਕਰਦਾ ਵੀ ਰਿਹਾ, ਰਾਈਟ। ਸੋ ਇੰਗਲਿਸ਼ ਪੰਜਾਬੀ ਹੋ ਗਿਆ, ਸਿੱਖ ਗੁਰੂਜ਼ ਔਰਨਾਮੈਂਟਸ ਹੋ ਗਏ ਜਿਹੜੇ ਪੰਜਾਬ ਜੀਕੇ ਦਾ ਪੋਰਸ਼ਨ ਆ ਗਿਆ, ਇੰਪੋਰਟੈਂਟ ਡੇਜ਼ ਯਾਨੀ ਸਟੈਟਿਕ ਜੀਕੇ ਦਾ ਪੋਰਸ਼ਨ ਆ ਗਿਆ, ਪਰਸੈਂਟੇਜ ਤੇ ਪ੍ਰੋਫਿਟ ਐਂਡ ਲਾਸ ਡਿਸਕਾਊਂਟ ਮੈਥ ਦਾ ਪੋਰਸ਼ਨ ਆ ਗਿਆ। ਯਾਨੀ ਆਹ ਦੇਖੋ ਵੀ 3 ਦਿਨਾਂ ਦੇ ਵਿੱਚ ਤੁਹਾਡਾ ਕਿੰਨਾ ਕੁਝ ਕੰਪਲੀਟ ਹੋ ਰਿਹਾ ਹੈ, ਰਾਈਟ। ਤੇ ਜਦੋਂ ਇਹੀ ਚੀਜ਼ ਤੁਸੀਂ 2 ਮਹੀਨੇ 3 ਮਹੀਨੇ ਕਵਰ ਕਰ ਲਈ, ਜਾਂ ਕਹ ਲਓ ਪੇਪਰ ਤੋਂ ਐਕਚੁਅਲ ਪੇਪਰ ਤੋਂ ਪਹਿਲਾਂ ਘੱਟੋ ਘੱਟ 50-60 ਪੇਪਰ ਲਾ ਲਏ, ਇਹਨਾਂ ਪੇਪਰਾਂ ਦੇ ਵਿੱਚੋਂ ਹੀ ਤੁਹਾਡੇ ਪੇਪਰ 'ਚ ਆ ਜਾਣਾ, ਰਾਈਟ। ਚਲੋ ਖੈਰ, ਅਗਲਾ 10 ਮਾਰਚ ਯਾਨੀ ਸ਼ੁੱਕਰਵਾਰ ਨੂੰ ਯਾਨੀ ਫਰਾਈਡੇ ਨੂੰ ਪੋਲਿਟੀ ਦੇ ਵਿੱਚ ਕਾਹਦਾ ਟੈਸਟ ਆ? ਪ੍ਰੀਐਂਬਲ ਦਾ ਟੈਸਟ ਆ, ਆਰਟੀਕਲ ਪਹਿਲੇ ਤੋਂ ਲੈ ਕੇ 51A ਤੱਕ ਦਾ ਟੈਸਟ ਹੈ, ਪਲੱਸ ਹਿਸਟਰੀ ਦਾ ਟੈਸਟ ਹੈ। ਹਿਸਟਰੀ ਦੇ ਵਿੱਚ ਕਾਸ ਦਾ ਟੈਸਟ ਹੈ, ਇੰਪੋਰਟੈਂਟ ਕਾਂਗਰਸ ਸੈਸ਼ਨਸ 1885 ਦੇ ਵਿੱਚ INC ਬਣਦੀ ਹੈ ਯਾਨੀ ਇੰਡੀਅਨ ਨੈਸ਼ਨਲ ਕਾਂਗਰਸ ਬਣਦੀ ਹੈ। ਫਿਰ ਉਹਦੇ ਜਿੰਨੇ ਵੀ ਇੰਪੋਰਟੈਂਟ ਸੈਸ਼ਨ ਆ 1947 ਤੱਕ ਸਾਰੇ ਇੰਪੋਰਟੈਂਟ ਬਣਦੇ ਆ। ਫਿਰ ਚਾਰਟਰ ਐਕਟ, ਗਵਰਨਮੈਂਟ ਆਫ ਇੰਡੀਆ ਐਕਟ ਜਿਹੜੇ ਕਿ 1773 ਤੋਂ ਲੈ ਕੇ 1947 ਤੱਕ, ਇੰਡੀਪੈਂਡੈਂਸ ਐਕਟ 1773 ਰੈਗੂਲੇਟਿੰਗ ਐਕਟ, ਫਿਰ ਪਿਟਸ ਇੰਡੀਆ 1784, ਜੋ ਵੀ ਯਾਨੀ ਜਿੰਨੇ ਵੀ ਐਕਟ ਹੈ। ਹੁਣ ਜਿੱਥੋਂ ਮਰਜ਼ੀ ਪੜ੍ਹ ਲਓ, ਮੇਰੇ ਤੋਂ ਪੜ੍ਹ ਲਓ, ਕਿਸੇ YouTube ਚੈਨਲ ਤੋਂ ਪੜ੍ਹ ਲਓ, ਕਿਤੋਂ ਵੀ ਪੜ੍ਹ ਲਓ, ਬੇਸਿਕਲੀ ਆਉਣੇ ਚਾਹੀਦੇ ਤੁਹਾਨੂੰ ਕੁਐਸਚਨ। ਇੰਪੋਰਟੈਂਟ ਕਾਂਗਰਸ ਸੈਸ਼ਨ ਹੋ ਗਿਆ, ਚਾਰਟਰ ਐਕਟ ਹੋ ਗਏ, ਪਲੱਸ ਜਿਹੜਾ ਹੈਗਾ ਇਕਨੋਮਿਕਸ ਦਾ, ਇਕਨੋਮਿਕਸ ਦੇ ਵਿੱਚ ਕੀ ਆ 5 ਈਅਰ ਪਲਾਨ ਹੋ ਗਿਆ, ਨੀਤੀ ਆਯੋਗ ਹੋ ਗਿਆ, GST ਹੋ ਗਿਆ। ਬਸ ਇਕਨੋਮਿਕਸ ਇੰਨੀ ਹੀ ਇੰਪੋਰਟੈਂਟ ਹੈ, ਇਸ ਤੋਂ ਜ਼ਿਆਦਾ ਨਹੀਂ ਪੜ੍ਹਨ ਦੀ ਲੋੜ।
बाकी तो फिर टैसट जो अगली बारी होंगे तो कुछ इकोनॉमिक्स के आप इंपॉर्टेंट डेफिनेशन रख देंगे, मैं दसूँगा भी कितों की पढ़ना है, राइट। सो पॉलिटी हिस्टरी इकोनॉमिक्स हो गया, प्लस होर किहड़े आ करंट अफेयर हो गए। करंट अफेयर दे विच काहदा टैसट है, करंट अफेयर दे विच टैसट उसका जिहड़ियां मैं तुहानूं डेली स्लाइड्स दूंगा। हुण मैं नवीं चीज़ दस्सण लग्या, देखो एक तो तुहानूं डेली तुहाडे टैसट होणगे, जदों भी तुसीं टैसट दिंदे हो तो उस टैसट के नाल तुहानूं एक्सप्लेनेशन शीट मिल जाती है, एक्सप्लेनेशन शीट जिहदे विच प्रॉपर तरीके की एक्सप्लेनेशन लिखी होंदी है, एक्सप्लेनेशन शीट होंदी है, राइट हो गया। इस तो इलावा तुहानूं डेली स्लाइड्स मिलदियां, डेली स्लाइड्स। इस डेली स्लाइड्स दे विच की हुंदा गा, डेली स्लाइड दे विच इंग्लिश वकैब हुंदी है, स्टैटिक जीके हुंदी है, स्टैटिक जीके हुंदी है, जीएस दे क्वेश्चन हुंदे आ ते जां फिर करंट अफेयर दे क्वेश्चन हुंदे आ। तां जिहड़ियां डेली स्लाइड्स तुहानूं मिलदी हर एक दे विच 10-10 क्वेश्चन हुंदे आ, यानी हर रोज़ तुहानूं नवें 40 क्वेश्चन मिलते हैं। एंड इन्होंने 40 क्वेश्चनों को जो तुम डेली करोगे हफ्ते के किन्ने हो गए काउंट कर लो, तो फिर इन्हों का भी मैं टैसट लेना होंगे। तो बेसिकली ये वीकली करंट अफेयर होंगे, इन्हों तुम वीकली करंट अफेयर भी कह सकते हो जो हफ्ते के हो गए। तो वीकली करंट अफेयर हो गए, वीकली स्टैटिक जी के जी तुम्हें हफ्ते के मिल गई, इंग्लिश वकैब जी तुम्हें डेली स्लाइड्स के मिलती है, ठीक है, यदा टैसट हो गया। प्लस मैथ के एवरेज का मैंसुरेशन की 2D 3D का टैसट हो गया। तो ही मैं कहना कि बिल्कुल फ्रैशर बच्चा इसनों ज्वाइन ना करे। कारण की है कि जो फ्रैशर है वह पहला सिलेबस ही नहीं खत्म है, सिलेबस नहीं खत्म तो इन्होंने टैसट सीरीज में फिलहाल तुम थोड़ा जा घट्टो घट्ट 50 तो 60% तक कवर हो ना। घट्टो घट्ट जिमें मान लो इन्ना सिलेबस है तुम पढ़ना, घट्टो घट्ट तुम्हें इन्ना तो पता हो भी प्रियंबल की है, आर्टिकल पहला 51 की है ना, इन्ना तो पता हो फिर तुम टैसट दे सकते हो। तो पॉलिटी के आ तुहानूं दसता हिस्टरी हो गया, इकोनॉमिक्स हो गया, फिर डेली स्लाइड्स के विचों CA स्टैटिक जीके इंग्लिश वकैब हो गया, मैथ के एवरेज मैंसुरेशन 2D 3D यदा तुहाडा शुक्रवार नूं टैसट है। जल्दी जल्दी ओवरव्यू करते हैं, फिर तुहानूं मैं दसदा कि मंडे नूं फुल मॉक टैसट हो गया, फिर ट्यूसडे तुहाडा सैक्शनल टैसट है यानी करंट अफेयर का हो गया, मैथ के विच सिंपलीफिकेशन नंबर सिस्टम सिंपल इंटरस्ट कंपाउंड इंटरस्ट ब्लड रिलेशन डायरैक्शन सिलोजियम, ये मैं टैलीग्राम पर भी पा दूंगा। 9 मार्च थर्सडे वैडनेसडे छुट्टी आ, सब्जैक्ट वर्ब एग्रीमेंट, वन वर्ड सब्सटीट्यूशन इडियम फ्रेज, डायरैक्ट इनडायरैक्ट एक्टिव पैसिव, पंजाबी जां फिर उस तो बाद सिख गुरु ऑर्नामेंट, इंपॉर्टेंट डेज जनवरी तो जून जां फिर परसेंटेज प्रॉफिट लॉस डिस्काउंट। फ्राइडे तुहाडा आह जिहड़ा मैं टैसट तुहानूं दस्सिया गा। हुण तरीका की आ, टैसट मोड की है, टैसट मोड हैगा ऑफलाइन यानी OMR बेस्ड टैसट होगा। प्रॉपर तरीके दे नाल तुहाडा रैंक वाइज रिजल्ट बनूगा, रैंक वाइज तुहाडा रिजल्ट आउंदा, राइट है। तुसीं इस टैसट सीरीज में ज्वाइन कर सकते हो, ठीक है। टाइम अपने को स्लॉट 9 तो 11, ये 9 तो 11 को रैड कर लो क्योंकि यह फुल होने वाली है। इस एडमिशन फिलहाल बंद ही करन लग्या है कह लो, क्योंकि 9 तो 11 के लगभग सारे स्टूडेंट आ जाते हैं, राइट है। यानी ये फुल होने वाली है, थोड़े बहुत स्टूडेंट होर ऐड कर सकते हैं, यानी जल्दी तो जल्दी तुसीं रजिस्ट्रेशन करवा सकते हो। नहीं जो टाइम टेबल बनूगा वो या तो 12 तो 2 का बनूगा या फिर 3 तो 5 का, तुसीं जिहड़ी मर्जी स्लॉट दे विच आ सकते हो। वैसे तो इस स्लॉट के विच भी कोशिश है कि तुहानूं वार्ड लिया जाए जेकर जगह मिलती है, पर वो वास्ते तुहानूं रजिस्ट्रेशन मैं पहला भी नंबर दिता सी, हुण भी दे रहा। पहला रिप्लाई इन्ने हो नहीं सके, उसका कारण की सी कि मेरी सेहत इन्नी ज़्यादा खराब हो गई, हुण भी मेरा गला थक गया, बोलिया नहीं जा रहा, तो ही डॉक्टर कहंदा भी रेस्ट करो, बट वही गल है भी रेस्ट मिलती नहीं। कोई चक्कर वाली गल नहीं, हुण हौली हौली इहनूं कायम करांगे। तो तुसीं इस नंबर पर WhatsApp ते अपना नाम 8136256566 इस ते अपना नाम, कॉन्टैक्ट नंबर, स्लॉट ते एग्जाम, एग्जाम दे विच की लिखना, जां तां पंजाब पुलिस SI कांस्टेबल लिखना जो भी तुहाडा हैगा, जां फिर SSSB लिखना है ना, PSSB जिहड़ा भी मर्जी लिख सकते हो। बेसिकली जिहड़ी तुसीं, क्योंकि उस तरीके दे नाल तुहाडे जिहड़े हैगे आ वो पेपर बन जाएंगे, पेपर तुहानूं मिल जाएंगे, पता लग जूगा, फिर उस तरीके दे नाल पेपर निकल जाते हैं, राइट है। तो SSSB पंजाब पुलिस SI कांस्टेबल लिख सकते हो, नाम, कंटैक्ट नंबर तो स्लॉट, कि स्लॉट है 9 तो 11, 12 तो 2, 3 तो 5। 9 तो 11 मैं पहले ही कह रहा कि यह लगभग फुल होने वाली है, राइट है। सो टैसट मोड ऑफलाइन होगा, बाकी तुहानूं मैं सारा कुछ दसता, राइट है। हुण ऑनलाइन वाले वास्ते अच्छा एड्रैस की अपना मेन जिहड़ा हैड ऑफिस है, तुसीं उत्थे ही पहुँचना गा। उहदा एड्रैस है स्ट्रीट नंबर 21/1A जिहड़ा कि सॉफ्टी रोड घोड़ा चौक बठिंडा। बाकी इन्हां नंबरां ते तुसीं कंटैक्ट कर सकते हो। आह मेरा नंबर है, जेकर मेरे नाल गलबात करनी है 7986 6566 90 6566, ठीक है। बाकी क्लासरूम भी इत्थों 2 मिनटां दी राह गा, क्लासरूम नाल ही है, यानी उत्थे तुहानूं लै जाणगे,
कोई चक्कर वाली गल नहीं। अच्छा, जिन्होंने ऑनलाइन यानी जेडे ऑनलाइन स्टूडेंट अपने तो ऑनलाइन वो ज्वाइन करना चाहते हैं, SSB की मॉक टेस्ट सीरीज़ ऑलरेडी चल रही है। SSB टेस्ट सीरीज़ 2023 करके लिखा होया, SSB टेस्ट सीरीज़ 2023 करके लिखा होया, तुसी उसनूं ज्वाइन कर सकते हो। राइट आ, पंजाब पुलिस की जी टेस्ट सीरीज़ आ, यानी तुसी ऐ मान लो भी जेडे आह पेपर है जेडे ऑफलाइन दे विच होणगे, हौली हौली इन्हां नूं मैं ऑनलाइन दे विच भी लैन लगूंगा। ये वास्ते तुहानूं 4 तो 5 दिनों की वेट करनी पैनी है। यानी कहने का मतलब जिवें 6 मार्च है, 6 मार्च वाला जो हफ्ता गा, जदों हफ्ता पूरा हो गया फिर उन्होंने पेपरों को ऑनलाइन भी कर देंगे, यानी फिर तुसीं ऑनलाइन पेपर भी दे सकोगे। वो वास्ते 4 तो 5 दिनों की वेट जरूर कर लो। राइट आ, थोनों फिर तुसीं घरे बैठ के अपने पेपर ला सकते हो। राइट आ, नहीं तुसीं फिर टैसट जोड़ा है सेंटर च आओ तो ज्वाइन करो इस टैसट सेंटर में, ऑफलाइन ऑनलाइन टैसट सेंटर प्रॉपर तरीके दे टैसट होंगे, बहुत ही वधिया तरीके एनालिसिस बहुत ही वधिया। राइट आ, सो थैंक यू सो मच, बाय बाय, टेक केयर। बाकी रजिस्ट्रेशन जल्दी तो जल्दी करा लो, फीस वगैरह तो उत्थे पता लग जू। वैसे लगभग 1000-1500 के बिच आ, 1200 कॉन्स्टेबल दी है, 1500 SI दी है, बाकी वीडियो कोर्स वगैरह लेने आ फिर वो अलग अलग फीसा। राइट आ, तो तुसीं जल्दी तो जल्दी ज्वाइन कर सकते हो। ठीक है, होर बहुत कुछ नाल नाल मिलता, जिवें करंट अफेयर के मैगजीन मिलते हैं, वो फिर तुहानूं प्रॉपर तरीके दे नाल जिहड़ी अकैडमी आके तुहानूं पता लग जाना, करंट अफेयर के मैगजीन वगैरह भी प्रोवाइड होंदे आ हार्ड कॉपी दे विच। ठीक है, सो थैंक यू सो मच, बाय बाय, टेक केयर। आप होर नवीं वीडियोज़ नाल इसी तरीके नाल मिलते रहेंगे। बाय बाय, टेक केयर।